ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ। ਮੁਦਾਮਣੀ ਮਹੱਲਾ ਪੰਜਵਾਂ। ਤਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੇ ਜੇ ਕੋ ਪਹੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ। ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਇਹ ਵਸਤ ਤਜੀ ਨਹਿ ਜਾਈ। ਨਿਤ ਨਿਤ ਰਖ ਉਰ ਧਾਰੋ। ਤਮ ਸੰਸਾਰ ਚਰਨ ਲਗ ਤਰੀਐ। ਸਭ ਨਾਨਕ ਬ੍ਰਹਮ ਪਸਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
पावन शब्द जो 1429 अंग ते दर्ज है, जिसका मूल पाठ आप जी ने सरवण किया है। मदामणी मुहल्ला पंजवा। इस दी विचार सत्कारयोग बाबा बलजीत सिंह जी दादूवाल, जो मुख सेवादार हैं हरियाणा गुरुद्वारा प्रबंधक कमेटी दे, आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों बाबा जी का धन्नवाद। अमृत संचार हर एतवार 11 बजे हुंदा है। धन श्री गुरु ग्रंथ साहिब पातशाह महाराज जी की चल रही लड़ीवार कथा, जो पिछले 10-15 सालों तो आप जी निरंतर सरवण कर रहे हो। परसों 4 तरीक कथा संपूर्ण होनी है। कथा की संपूर्णता दे शुकराने का समागम परसों 4 तरीक सवेरे 5 बजे तो लैके 9 बजे तक होवेगा। आसा की वार दे कीर्तन होणगे। रागमाला दी विचार सिंह साहब ज्ञानी जगतार सिंह जी हेड ग्रंथी श्री दरबार साहब सरवण करवाउणगे। अगों जो कथा आरंभ होनी है, संत बलजिंदर सिंह जी राड़ा साहब वाले वो कथा की आरंभता करनगे, जो फिर अगे 10-15 साल चलनी है। भागां वाले होणगे जदों समय फिर उस वक्त जो शुकराना समागम होवेगा उहदे विच हाजरियां भर सकणगे। सो आओ परसों सारे सच्चे पातशाह जी दियां बख्शिशां दे पात्र बणीए। वलंटियर सेवा मुड़ आरंभ की गई है। पुराने कार्ड जमा करवा के आप जी नवे लै सकते हो। अगों जिन्हां ने सेवा करनी होवे, वीरां ने, भैणां ने, बच्चियां ने, वो आधार कार्ड की कापी दे के वलंटियर कार्ड लै सकते ने। हफ्ते विच घट तो घट एक दिन आके सेवा करनी जरूरी है। और सेवा दे समय ये कार्ड अपने गले विच पा के रखना है। 550 साल ते जो आपने 550 बच्चे अडॉप्ट किए सन, उस सेवा नूं अगे चलाइए। स्कूल खुल चुके ने, बच्चे आ रहे हैं। ये वो बच्चे हैं जां जिन्हां दे माँ प्यो नहीं हैगे, जां माँ प्यो हैगे ने पर फीसां, वर्दियां, किताबां चंगे स्कूलों विच पढ़ाउण वास्ते लैके नहीं दे सकते। सो आपां विद्या मनुख का तीसरा नेत्र है। इस सेवा दे विच अपना हिस्सा पाइए। अगले समय की गुरबाणी विचार सरवण करो जी। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। सतनाम श्री वाहिगुरु साहिब जीओ। बाणी गुरु गुरु है बाणी, विच बाणी अमृत सारे।
ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਪ੍ਰਭ ਦਾਤੂ ਦਾਤਾਰ, ਪਰਿਓ ਜਾਚਕ ਇਕ ਸਰਣਾ। ਮਿਲੈ ਦਾਨ ਸੰਤ ਰੇਣਾ, ਜਿਹ ਲਗ ਭਵ ਜਲ ਤਰਣਾ। ਬਿਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ, ਭਗਤ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮਣਾ ਸਗਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੈਂ ਨਾਹੀ ਕਛ ਹੋ ਨਹੀਂ, ਕਛ ਆਹੇ ਨ ਮੋਰਾ। ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਇਮਾਨ 10 ਪਾਤਸ਼ਾਹੀਆਂ ਦੀ ਆਤਮਕ ਜੋਤ, ਸਰਕਾਰੇ ਕੁਲ ਆਲਮ ਹਜੂਰੇ ਅਨਵਰ ਪਾਤਸ਼ਾਹ। ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜੁੜ ਬੈਠ ਕੇ ਔਰ ਲਾਈਵ ਟੈਲੀਕਾਸਟ ਰਾਹੀਂ ਆਪੋ ਆਪਣੇ ਘਰਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਨਿਤਨੇਮ ਨਾਲ ਜੁੜ ਬੈਠੇ ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਪਿਆਰੀ ਗੁਰੂ ਸਵਾਰੀ, ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਸਰਬੱਤ ਸੰਗਤਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਨਾਲ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਓ ਅਤੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਮੇਰੇ ਸਤਿਗੁਰਾਂ ਦੀ। ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ।
ਮਨੁੱਖਾ ਜੀਵਨ ਦੀ ਵੱਡੀ ਬਖਸ਼ਿਸ਼ ਹੈ। ਅੰਮ੍ਰਿਤ ਵੇਲੇ ਦਾ ਜਾਗਣਾ ਵੱਡੀ ਬਖਸ਼ਿਸ਼ ਹੈ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣ, ਨਿਤਨੇਮ ਦੀਆਂ ਦਾਤਾਂ, ਇਹ ਵੀ ਵੱਡੀ ਬਖਸ਼ਿਸ਼ ਹੈ। ਸੋ ਸਤਿਗੁਰੂ ਨੇ ਰਹਿਮਤਾਂ ਕੀਤੀਆਂ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ, ਨਿਤਨੇਮ ਦੀਆਂ ਦਾਤਾਂ ਬਖਸ਼ੀਆਂ। ਦੂਰ ਦੁਰਾਡਿਆਂ ਤੋਂ ਚੱਲ ਕੇ ਕੰਮਾਂ ਕਾਜਾਂ ਨੂੰ ਸੰਕੋਚਦੇ ਹੋਏ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ। ਅੰਮ੍ਰਿਤ ਵੇਲੇ ਦੇ ਨਿਤਨੇਮ ਸਰਵਣ ਕੀਤੇ ਹੈ। ਉਪਰੰਤ ਗੁਰੂ ਕੇ ਸਾਜੇ ਨਵਾਜੇ, ਕੀਰਤਨੀਆਂ ਦੇ ਪਾਸੋਂ ਭਲੋ ਭਲੋ ਰੇ ਕੀਰਤਨੀਆਂ। ਸਤਿਗੁਰਾਂ ਦੀ ਪਾਵਨ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ। ਉਪਰੰਤ ਜੋ ਸਤਿਗੁਰਾਂ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਜੋ ਪੰਥ ਪ੍ਰਸਿੱਧ ਗੁਰੂ ਕੇ ਸਾਜੇ ਨਵਾਜੇ, ਗੁਰੂ ਪਿਆਰੇ ਗੁਰੂ ਸਵਾਰੇ ਵਿਦਵਾਨਾਂ ਵੱਲੋਂ ਲੜੀਵਾਰ ਸੰਗਤਾਂ ਦੇ ਨਾਲ ਸਾਂਝ ਪਾਈ ਜਾ ਰਹੀ ਹੈ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦੀ। ਸੋ ਸਤਿਗੁਰ ਦੀ ਰਹਿਮਤ ਹੋ ਰਹੀ ਹੈ। ਅੱਜ ਦੇ ਪਾਵਨ ਸ਼ਬਦ ਦੇ ਪਾਠ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤੇ ਹੈ। ਸਤਿਗੁਰ ਰਹਿਮਤ ਕਰਨ, ਅਸੀਸ ਬਖਸ਼ਣੀਆਂ ਸੰਗਤਾਂ ਨੇ ਚੰਦ ਪਲ ਸਤਿਗੁਰਾਂ ਦੇ ਪਾਵਨ ਇਸ ਸ਼ਬਦ ਦੇ ਵਿਚਾਰ ਆਪਾਂ ਸਾਂਝੇ ਕਰਨੇ ਆ ਕਿ ਸਤਿਗੁਰਾਂ ਸਾਨੂੰ ਕੀ ਉਪਦੇਸ਼ ਬਖਸ਼ਿਆ। ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ, ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰੇ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹ ਪਤ ਸਿਉ ਜਾਏਂਦਾ। ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ, ਜਸ ਵਡਿਆਈ ਜੋ ਸਾਡਾ ਜੀਵਨ ਸਫਲਾ ਕਰਦਾ। ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ, ਜੋ ਸਭ ਤੇ ਉਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ। ਜਿਸ ਦੁਆਰਾ ਸਾਨੂੰ ਪਤਾ ਲੱਗਦਾ ਕਿ ਸਾਡੇ ਸਤਿਗੁਰਾਂ ਨੇ ਸਾਨੂੰ ਉਪਦੇਸ਼ ਕੀ ਬਖਸ਼ਿਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਇੱਕ ਓਂਕਾਰ ਤੋਂ ਲੈ ਕੇ 18 10 20 ਤੱਕ 1430 ਅੰਗ। ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਇੱਕ ਸ਼ਬਦ, ਇੱਕ ਇੱਕ ਅੱਖਰ ਸਾਨੂੰ ਗੁਰੂ ਰੂਪ ਹੈ। ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਤਿਗੁਰਾਂ ਨੇ ਸੰਤਾਂ ਭਗਤਾਂ ਗੁਰਸਿੱਖਾਂ ਜੋ ਇਲਾਹੀ ਇਲਹਾਮ ਹੋਇਆ ਉਹ ਸਾਡੇ ਵਾਸਤੇ ਸਤਿਗੁਰ ਨੇ ਬਖਸ਼ਿਆ, ਪਰੋਸਿਆ ਸਾਨੂੰ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿੱਥੇ ਸਤਿਗੁਰਾਂ ਦੀ ਬਾਣੀ ਹੈ, ਉੱਥੇ ਸੰਤਾਂ ਭਗਤਾਂ ਗੁਰਸਿੱਖਾਂ ਦੀ ਬਾਣੀ ਜੋ ਪ੍ਰਵਾਨ ਹੋ ਗਏ ਪਰਮਾਤਮਾ ਨੂੰ, ਜੋ ਉਹਨਾਂ ਨੂੰ ਇਲਾਹੀ ਇਲਹਾਮ ਹੋਇਆ, ਉਸ ਨੂੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸਰੂਪ ਦੇ ਅੰਦਰ ਦਰਜ ਕੀਤਾ। ਉਹਨਾਂ ਸੰਤਾਂ ਭਗਤਾਂ ਦੀ ਬਾਣੀ ਜੋ ਇਲਾਹੀ ਇਲਹਾਮ, ਜਿਹਦੇ ਵਿੱਚ ਕੇਵਲ ਉਸ ਪਰਮਾਤਮਾ ਦੀ ਗੱਲ, ਨਾਮ ਦੀ ਗੱਲ, ਜਸ ਦੀ ਗੱਲ, ਵਡਿਆਈ ਦੀ ਗੱਲ, ਜਿਹਦੇ ਵਿੱਚ ਕੋਈ ਆਪਣੀ ਪੂਜਾ, ਕੋਈ ਸ਼ਖਸੀ ਪੂਜਾ ਦੀ ਗੱਲ ਨਹੀਂ। ਕੇਵਲ ਅਕਾਲ ਪੁਰਖ ਪਰਮਾਤਮਾ ਅੱਲਾ ਖੁਦਾ ਰਾਮ ਵਾਹਿਗੁਰੂ ਦੀ ਗੱਲ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ, ਕੋਈ ਆਲਾਹ। ਸਤਿਗੁਰੂ ਨੇ ਜਿਹੜਾ ਸਾਨੂੰ ਉਪਦੇਸ਼ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ, ਇਸ ਤੋਂ ਸਾਨੂੰ ਕਥਾ ਵਿਚਾਰਾਂ ਦੇ ਰਾਹੀਂ ਜਦੋਂ ਅਸੀਂ ਅਰਥ ਸੁਣਦੇ ਹਾਂ ਤੇ ਪਤਾ ਲੱਗਦਾ ਕਿ ਅਸੀਂ ਸੰਸਾਰ 'ਤੇ ਕੀ ਕਰਨ ਵਾਸਤੇ ਆਏ ਹਾਂ, ਅਸੀਂ ਕਰ ਕੀ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ। ਗੁਰੂ ਨੇ ਸਾਨੂੰ ਕਿਸ ਪਾਸੇ ਤੋਂ ਰੋਕਿਆ ਤੇ ਕਿਸ ਪਾਸੇ ਤੋਰਿਆ, ਜਿਹਦੇ ਨਾਲ ਮਨੁੱਖਾ ਜੀਵਨ ਦਾ ਭਲਾ, ਸੰਸਾਰ ਦਾ ਭਲਾ, ਮਨੁੱਖਤਾ ਦਾ ਭਲਾ, ਜੀਵਾਂ ਦਾ ਭਲਾ ਹੁੰਦਾ।
ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਮੁੰਦਾਵਣੀ ਦੀ ਬਖਸ਼ਿਸ਼ ਕੀਤੀ ਹੈ। ਪਾਵਨ ਸਰੂਪ ਗੁਰਬਾਣੀ ਜੋ ਉਚਾਰੀ, ਇਹਨੂੰ ਮੁੰਦ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ। ਮੋਹਰ ਲਗਾ ਦਿੱਤੀ, ਛਾਪ ਲਗਾ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਨੇ। ਮੋਹਰ ਛਾਪ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਜੋ ਉਪਦੇਸ਼ ਬਖਸ਼ਿਆ, ਜੋ ਆਪ ਜੀ ਨੇ ਸਿੰਘ ਸਾਹਿਬ ਜੀ ਦੀ ਰਸਨਾ ਤੋਂ ਪਾਠ ਸਰਵਣ ਕੀਤਾ, ਆਓ ਸਾਰੇ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ ਸਤਿਗੁਰਾਂ ਦੇ ਅੱਜ ਪਾਵਨ ਇਸ ਬਖਸ਼ੇ ਹੋਏ ਸ਼ਬਦ ਦੇ ਵਿਚਾਰ ਅਸੀਂ ਰਲ ਮਿਲ ਕੇ ਸਾਂਝੇ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਸਾਨੂੰ ਕੀ ਬਖਸ਼ਿਸ਼ ਕਰ ਰਹੇ ਹੈ। ਸਾਰੀ ਲੜੀਵਾਰ ਕਥਾ ਆਪ ਜੀ ਨੇ ਇੱਕ ਓਂਕਾਰ ਤੋਂ ਲੈ ਕੇ ਅੱਜ ਤੱਕ ਸਰਵਣ ਕੀਤੀ ਹੈ। 9ਵੇਂ ਮਹੱਲੇ ਦੇ ਸ਼ਲੋਕ, ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਵੀ ਕਹਿੰਦੇ ਆ, ਉਹ ਆਪ ਜੀ ਨੇ ਸਰਵਣ ਕੀਤੇ ਹੈ। ਪੰਥ ਪ੍ਰਸਿੱਧ ਵਿਦਵਾਨਾਂ ਪਾਸਾਂ ਸਤਿਗੁਰਾਂ ਦੀ ਪਾਵਨ ਬਾਣੀ ਦੇ ਵਿਚਾਰ ਰੋਜ਼ਾਨਾ ਹੀ ਸਤਿਗੁਰ ਬਾਲਾ ਪ੍ਰੀਤਮ ਦੇ ਇਸ ਪਾਵਨ ਅਸਥਾਨ ਤਾਂ ਔਰ ਜਿਹੜੇ ਪੂਰੇ ਸੰਸਾਰ ਦੇ ਵਿੱਚ ਲਾਈਵ ਟੈਲੀਕਾਸਟ ਹੁੰਦੇ ਹੈ, ਜਿੱਥੇ ਆਪਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁੜ ਬੈਠ ਕੇ ਸੈਂਕੜੇ ਸੰਗਤਾਂ, ਹਜ਼ਾਰਾਂ ਸੰਗਤਾਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਇਸ ਕਥਾ ਵਿਚਾਰ ਦਾ ਆਨੰਦ ਮਾਣਦੇ ਹਾਂ। ਉੱਥੇ ਪੂਰੇ ਸੰਸਾਰ ਦੇ ਵਿੱਚ ਲਾਈਵ ਟੈਲੀਕਾਸਟ ਦੇ ਰਾਹੀਂ, ਚੜ੍ਹਦੀ ਕਲਾ ਟਾਈਮ TV ਦੇ ਰਾਹੀਂ ਲੱਖਾਂ ਸੰਗਤਾਂ ਇਸ ਪਾਵਨ ਬਾਣੀ ਦੀ ਵਿਚਾਰ ਦਾ ਆਨੰਦ ਮਾਣਦੀਆਂ ਨੇ। ਸਤਿਗੁਰਾਂ ਦੀ ਪਾਵਨ ਬਾਣੀ ਦਾ ਉਪਦੇਸ਼, ਆਓ ਸਾਰੇ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ ਸਤਿਗੁਰਾਂ ਦੇ ਅੱਜ ਦੇ ਬਖਸ਼ੇ ਹੋਏ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰੀਏ। ਮਨੋਬਿਰਤੀਆਂ ਦੀ ਇਕਾਗਰਤਾ ਲਈ ਸਾਰੇ ਮਿਲ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੁੰਦਾਵਣੀ ਮਹੱਲਾ ਪੰਜਵਾ। ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ, ਕਿਉਂਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਬਾਣੀ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ। ਗੁਰੂ ਸਾਹਿਬਾਨਾਂ ਦੀ ਬਾਣੀ, ਸੰਤਾਂ ਭਗਤਾਂ ਦੀ ਬਾਣੀ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਜਗ੍ਹਾ ਤੇ ਇਕੱਤਰ ਕਰਕੇ ਇੱਕ ਪਾਵਨ ਸਰੂਪ, ਜਿਹਨੂੰ ਅਸੀਂ ਪਹਿਲੀ ਕਰਤਾਰਪੁਰ ਵਾਲੀ ਬੀੜ ਆਖਦੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਨੇ ਉਸ ਰੂਪ ਦੇ ਅੰਦਰ ਉਸ ਬਾਣੀ ਨੂੰ ਦਰਜ ਕੀਤਾ। ਤੇ ਜਦੋਂ 9ਵੇਂ ਮਹੱਲੇ ਦੇ ਸ਼ਲੋਕ, ਉਸ ਤੋਂ ਬਾਅਦ ਮੁੰਦਾਵਣੀ, ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਸਤਿਗੁਰਾਂ ਦਾ ਉਚਾਰਿਆ ਹੋਇਆ ਸ਼ਬਦ ਮੁੰਦ ਦੇਣਾ, ਮੋਹਰ ਛਾਪ ਲਗਾ ਦੇਣੀ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਗ੍ਰੰਥਾਂ ਵਿੱਚ ਪੜ੍ਹਦੇ ਹਾਂ, ਇਤਿਹਾਸ ਦੀਆਂ ਬੁੱਕਾਂ ਵਿੱਚ ਪੜ੍ਹਦੇ ਹਾਂ ਕਿ ਪੁਰਾਣੇ ਸਮੇਂ ਦੇ ਅੰਦਰ ਜਿਸ ਵੇਲੇ ਗੁਰਮੁਖ ਪਿਆਰਿਓ, ਰਾਜੇ ਮਹਾਰਾਜੇ ਲੋਕ, ਉਹਨਾਂ ਦਾ ਖਾਣਾ ਤਿਆਰ ਹੁੰਦਾ, ਭੋਜਨ ਤਿਆਰ ਹੁੰਦਾ, ਤਾਂ ਜਿਹੜਾ ਰਾਜੇ ਮਹਾਰਾਜੇ ਦਾ ਖਾਣਾ ਤਿਆਰ ਕਰਵਾਉਂਦਾ ਮੁੱਖ ਸਰਦਾਰ, ਮੁੱਖ ਆਗੂ ਹੁੰਦਾ। ਜਿਸ ਤਰ੍ਹਾਂ ਅੱਜ ਪ੍ਰਧਾਨ ਮੰਤਰੀ, ਮੁੱਖ ਮੰਤਰੀ ਦਾ ਭੋਜਨ ਤਿਆਰ ਹੁੰਦਾ ਤਾਂ ਇੱਕ ਅਫਸਰ ਚੈੱਕ ਕਰਾਉਂਦਾ, ਚੈੱਕ ਉਸ ਨੂੰ ਪਹਿਲਾਂ ਟੈਸਟ ਕੀਤਾ ਜਾਂਦਾ ਹੈ, ਚੈੱਕ ਕੀਤਾ ਜਾਂਦਾ ਹੈ ਕਿ ਇਸ ਵਿੱਚ ਕੋਈ ਮਿਲਾਵਟ ਨਾ ਹੋਵੇ, ਕੋਈ ਐਸਾ ਪਦਾਰਥ ਨਾ ਮਿਲਿਆ ਹੋਵੇ ਜਿਹਦੇ ਨਾਲ ਪ੍ਰਧਾਨ ਮੰਤਰੀ ਦੀ ਜਾਂ ਜਿਸ ਦੇ ਨਾਲ ਮੁੱਖ ਮੰਤਰੀ ਦੀ ਸਿਹਤ ਦੇ ਉੱਤੇ ਅਸਰ ਪੈ ਜਾਵੇ, ਉਹ ਬਿਮਾਰ ਹੋ ਜਾਵੇ, ਨੁਕਸਾਨ ਹੋਵੇ। ਪੁਰਾਣੇ ਸਮੇਂ 'ਚ ਜਿਹੜੇ ਰਾਜੇ ਮਹਾਰਾਜੇ ਸਨ, ਉਹਨਾਂ ਦਾ ਜਿਹੜਾ ਖਾਣਾ ਤਿਆਰ ਹੁੰਦਾ ਸੀ, ਉਸ ਦੇ ਅੰਦਰ ਵੀ ਗੁਰਮੁਖ ਪਿਆਰਿਓ ਕੋਈ ਮਿਲਾਵਟ ਨਾ ਹੋਵੇ। ਇਸ ਲਈ ਜਦੋਂ ਖਾਣਾ ਤਿਆਰ ਕੀਤਾ ਜਾਂਦਾ ਤਾਂ ਉਸ ਨੂੰ ਚੈੱਕ ਕੀਤਾ ਜਾਂਦਾ ਸੀ, ਫਿਰ ਰਾਜੇ ਨੂੰ ਪਰੋਸਿਆ ਜਾਂਦਾ ਸੀ। ਔਰ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਥਾਲ ਪਰੋਸਿਆ। ਇਹ ਗੁਰਬਾਣੀ ਦਾ ਥਾਲ, ਗੁਰੂ ਦੇ ਸ਼ਬਦਾਂ ਦਾ ਥਾਲ, ਇਹ ਉਸ ਪਰਮਾਤਮਾ ਦੀ ਭਗਤੀ ਦਾ, ਬੰਦਗੀ ਦਾ ਥਾਲ। ਇਹਦੇ ਵਿੱਚ ਜਿਹੜਾ ਸਾਨੂੰ ਭੋਜਨ ਪਰੋਸਿਆ,
ਉਹਨੂੰ ਸਤਿਗੁਰਾਂ ਨੇ ਮੁੰਦ ਦੇਣਾ ਕੀਤਾ। ਪੁਰਾਣੇ ਸਮੇਂ ਦੇ ਅੰਦਰ ਜਿਵੇਂ ਰਾਜੇ ਖਿਆਲ ਕਰਨਾ ਆਪਣੀਆਂ ਅੱਖਾਂ ਦੇ ਸਾਹਮਣੇ, ਰਾਜੇ ਲੋਕ ਆਪਣੀਆਂ ਅੱਖਾਂ ਦੇ ਸਾਹਮਣੇ ਕੀਮਤੀ ਹੀਰੇ, ਕੀਮਤੀ ਲਾਲ, ਕੀਮਤੀ ਜਵਾਹਰ ਇੱਕ ਵਿਸ਼ੇਸ਼ ਥੈਲੀ ਦੇ ਅੰਦਰ ਪਾ ਕੇ ਉਹਦੇ ਤੇ ਮੋਹਰ ਛਾਪ ਲਗਾ ਦਿੰਦੇ ਸਨ। ਉਸ ਨੂੰ ਮੁੰਦ ਦਿੱਤਾ ਜਾਂਦਾ ਸੀ। ਭਾਵ ਰਾਜੇ ਦੇ ਵੱਲੋਂ ਜਦੋਂ ਮੋਹਰ ਲਗਾ ਦਿੰਦੇ, ਉਸ ਦੇ ਅੰਦਰ ਫਿਰ ਕੋਈ ਮਿਲਾਵਟ ਨਹੀਂ ਸੀ ਹੋ ਸਕਦੀ। ਉਹਦੇ ਵਿੱਚੋਂ ਕੁਛ ਕੱਢਿਆ ਨਹੀਂ ਸੀ ਜਾ ਸਕਦਾ, ਨਾ ਪਾਇਆ ਜਾ ਸਕਦਾ ਸੀ। ਜੇ ਕੁਝ ਕੱਢਿਆ ਤੇ ਪਾਇਆ ਜਾਵੇ ਤਾਂ ਪਤਾ ਲੱਗ ਜਾਂਦਾ ਸੀ ਕਿ ਇਹ ਜਿਹੜੀ ਥੈਲੀ ਹੈ ਇਹਨੂੰ ਮੁੰਦਿਆ ਗਿਆ ਸੀ ਪਰ ਬਰੇਕ ਹੋ ਗਈ ਹੈ। ਇਸ ਮੋਹਰ ਛਾਪ ਨੂੰ ਤੋੜ ਦਿੱਤਾ ਗਿਆ। ਜਿਹੜੀ ਮੋਹਰ ਲੱਗਦੀ ਸੀ, ਮੋਹਰ ਛਾਪ ਦਾ ਮਤਲਬ ਜੋ ਪਾਇਆ ਰਾਜੇ ਦੀਆਂ ਅੱਖਾਂ ਦੇ ਸਾਹਮਣੇ ਪਾਇਆ। ਰਾਜੇ ਨੇ ਆਪਣੇ ਸਾਹਮਣੇ ਇਹਦੇ ਵਿੱਚ ਹੀਰੇ ਲਾਲ ਪਾ ਕੇ ਉੱਤੋਂ ਮੁੰਦ ਦਿੱਤਾ। ਇਹਦੇ 'ਚ ਹੁਣ ਕੋਈ ਮਰਜ਼ੀ ਦੇ ਨਾਲ ਕੋਈ ਵਸਤੂ ਹੋਰ ਨਹੀਂ ਪਾ ਸਕਦਾ। ਤੇ ਖਿਆਲ ਕਰਨਾ, ਸਤਿਗੁਰਾਂ ਨੇ ਜਿਹੜੀ ਪਾਵਨ ਬਾਣੀ ਸਾਨੂੰ ਬਖਸ਼ੀ ਹੈ, ਇਹ ਵੀ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਇਹ ਵੀ ਸਤਿਗੁਰਾਂ ਨੇ ਜੋ ਪਾ ਦਿੱਤਾ, ਇਹਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਕੋਈ ਮਨੁੱਖ ਆਪਣੀ ਮਰਜ਼ੀ ਦੇ ਨਾਲ ਕਿੱਡਾ ਵਿਦਵਾਨ ਹੋਵੇ, ਕਿੱਡਾ ਫਿਲਾਸਫਰ ਹੋਵੇ, ਉਹ ਇਸ ਗੁਰਬਾਣੀ ਦੇ ਵਿੱਚ ਵਾਧਾ ਘਾਟਾ ਨਹੀਂ ਕਰ ਸਕਦਾ। ਲਗਾ ਮਾਤਰਾ ਨੂੰ, ਸ਼ਬਦਾਂ ਨੂੰ ਵਧਾ ਨਹੀਂ ਸਕਦਾ, ਘਟਾ ਨਹੀਂ ਸਕਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮੁੰਦ ਦਿੱਤਾ, ਮੁੰਦਰਨ ਕਰ ਦਿੱਤਾ ਇਸ ਦਾ। ਪਰ ਦੁੱਖ ਦੀ ਗੱਲ ਆ ਕਿ ਅੱਜ ਸਾਡੇ ਦੇਖਣ ਵਿੱਚ ਆ ਰਿਹਾ, ਰਾਤ ਹੀ ਸਿੰਘ ਸਾਹਿਬ ਜੀ ਨਾਲ ਵਿਚਾਰ ਹੋ ਰਹੇ ਸਨ। ਪਿਛਲੇ ਲੰਬੇ ਸਮੇਂ ਤੋਂ ਐਸੇ ਯਤਨ ਹੋ ਰਹੇ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਵਾਧਾ ਘਾਟਾ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਲੋਕ, ਆਪਣੇ ਆਪ ਨੂੰ ਫਿਲਾਸਫਰ ਕਹਾਉਣ ਵਾਲੇ ਲੋਕ, ਜਾਂ ਕਿਸੇ ਸਾਜ਼ਿਸ਼ ਦੇ ਅਧੀਨ ਗੁਰਬਾਣੀ 'ਚ ਵਾਧਾ ਘਾਟਾ ਕਰਨਾ ਚਾਹੁੰਦੇ ਆ। ਗੁਰਬਾਣੀ ਸਤਿਗੁਰ ਨੇ ਥਾਲ ਪਰੋਸਿਆ। ਅੱਜ ਦੇ ਪਾਵਨ ਸ਼ਬਦ ਵਿੱਚ ਬਚਨ ਵੀ ਹੈ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੋ। ਇਹ ਸਤਿਗੁਰ ਨੇ ਥਾਲ ਪਰੋਸਿਆ। ਔਰ ਜੋ ਸਾਨੂੰ ਭੋਜਨ, ਜੋ ਸਾਨੂੰ ਆਤਮਿਕ ਖੁਰਾਕ ਬਖਸ਼ੀ ਹੈ, ਇਹਦੇ ਵਿੱਚ ਮਿਲਾਵਟ ਨਹੀਂ, ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਆਪ ਸਾਰਿਆਂ ਨੂੰ ਪਤਾ ਹੋਵੇਗਾ ਕਿ ਪਿਛਲੇ ਸਮੇਂ ਦੇ ਅੰਦਰ ਇੱਕ ਪੰਚਖੰਡ ਭਸੌੜ ਦੇ ਨਾਂ ਤੇ ਸੰਸਥਾ ਬਣੀ, ਔਰ ਉਸ ਨੇ ਗੁਰਮੁਖੀ ਕੋਰਸ ਨਾਂ ਦੇ ਕਿਤਾਬਾਂ ਜੋ ਸੀ ਤਿਆਰ ਕੀਤੀਆਂ, ਜਿਸ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ। ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਕਿਤਾਬਾਂ ਨੂੰ ਜਮ੍ਹਾਂ ਕਰਾਉਣ ਦੇ ਹੁਕਮ ਜਾਰੀ ਹੋਏ ਸਨ ਕਿ ਇਹਨਾਂ ਨੂੰ ਸੰਗਤ ਦੇ ਵਿੱਚ ਪ੍ਰਚਾਰਿਆ ਨਾ ਜਾਵੇ, ਸੰਗਤਾਂ 'ਚ ਡਿਲੀਵਰ ਨਾ ਕੀਤਾ ਜਾਵੇ। ਇਹ ਗੁਰਮਤਿ ਅਨੁਸਾਰ ਨਹੀਂ ਹਨ, ਪਾਬੰਦੀ ਲੱਗੀ ਸੀ। ਅੱਜ ਵੀ ਐਸੀਆਂ ਕੋਸ਼ਿਸ਼ਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਾਧਾ ਘਾਟਾ ਕਰਨ ਦੀਆਂ ਕੋਸ਼ਿਸ਼ਾਂ, ਕਿਉਂਕਿ ਗੁਰਮੁਖ ਪਿਆਰਿਓ, ਜਦੋਂ ਕਿਸੇ ਮਨੁੱਖ ਦੀ ਸਰੀਰਕ ਖੁਰਾਕ ਵਿੱਚ ਮਿਲਾਵਟ ਹੋਵੇਗੀ, ਉਹ ਸਰੀਰਕ ਤੌਰ ਤੇ ਬਿਮਾਰ ਪੈ ਜਾਵੇਗਾ। ਜਦੋਂ ਕਿਸੇ ਦੀ ਸਰੀਰਕ ਖੁਰਾਕ ਵਿੱਚ ਮਿਲਾਵਟ ਹੋਵੇਗੀ ਤਾਂ ਉਹ ਸਰੀਰਕ ਤੌਰ ਤੇ ਬਿਮਾਰ ਹੋ ਜਾਂਦਾ ਹੈ। ਤੇ ਜਿਹੜੀ ਸਾਡੀ ਆਤਮਿਕ ਖੁਰਾਕ ਹੈ, ਜਦੋਂ ਇਸ ਵਿੱਚ ਮਿਲਾਵਟ ਹੋਵੇਗੀ, ਅਸੀਂ ਆਤਮਿਕ ਤੌਰ ਤੇ ਬਿਮਾਰ ਹੋ ਜਾਵਾਂਗੇ। ਸਤਿਗੁਰਾਂ ਨੇ ਤਾਂ ਹੀ ਮੁੰਦੜਿਆ, ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਮੁੰਦਰਨ ਕੀਤਾ ਕਿ ਇਸ ਵਿੱਚ ਕੋਈ ਮਿਲਾਵਟ ਨਾ ਕਰ ਸਕੇ, ਇਸ ਵਿੱਚ ਕੋਈ ਵਾਧਾ ਘਾਟਾ ਨਾ ਕਰ ਸਕੇ। ਪਰ ਆ ਪਿਛਲੇ ਦਿਨਾਂ 'ਚ ਅਸੀਂ ਦੇਖਿਆ, ਤੁਸੀਂ ਵੀ ਸਾਰਿਆਂ ਨੇ ਪੜ੍ਹਿਆ ਸੁਣਿਆ ਹੋਵੇਗਾ, ਪ੍ਰਿੰਟ ਮੀਡੀਆ, ਬਿਜਲਈ ਮੀਡੀਆ ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਤੇ ਸਾਰਾ ਵਾਇਰਲ ਹੋਇਆ ਕਿ ਅਮਰੀਕਾ ਦੀ ਧਰਤੀ ਤੇ ਬੈਠ ਕੇ ਕਿਸੇ ਮਨੁੱਖ ਨੇ
ਗੁਰਬਾਣੀ ਦੇ ਅੰਦਰ ਲਗਾ ਮਾਤਰਾ ਦੇ ਵਾਧੇ ਘਾਟੇ ਆਪਣੀ ਮਰਜ਼ੀ ਅਨੁਸਾਰ ਕੋਸ਼ਿਸ਼ ਕੀਤੀ। ਗੁਰੂ ਸਾਹਿਬ ਦੇ ਸਰੂਪ ਚਾਈਨਾ ਤੋਂ ਛਪਵਾ ਕੇ ਸੰਗਤਾਂ 'ਚ ਡਿਲੀਵਰ ਕਰ ਦਿੱਤੇ। ਸੰਗਤਾਂ ਦੇ ਅੰਦਰ ਉਹ ਪਾਵਨ ਸਰੂਪਾਂ ਨੂੰ ਡਿਲੀਵਰ ਕਰ ਦਿੱਤਾ। ਹੁਣ ਉਹਦੇ 'ਚ ਮਿਲਾਵਟਾਂ ਨੇ। ਸ੍ਰੀ ਅਕਾਲ ਤਖਤ ਸਾਹਿਬ ਨੂੰ ਐਕਸ਼ਨ ਲੈਣਾ ਪਿਆ। ਔਰ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਕਿਸੇ ਨੂੰ ਇਸ ਗੱਲ ਦਾ ਹੱਕ ਨਹੀਂ ਹੈ, ਕਿਸੇ ਕੋਲੇ ਇਸ ਗੱਲ ਦੀ ਅਥਾਰਟੀ ਨਹੀਂ ਹੈ, ਕਿਸੇ ਕੋਲ ਇਸ ਗੱਲ ਦੀ ਤਾਕਤ ਨਹੀਂ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦਾਂ ਦਾ ਜਾਂ ਲਗਾ ਮਾਤਰਾ ਦਾ ਵਾਧਾ ਘਾਟਾ ਕਰ ਸਕੇ। ਐਸੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਕਿ ਸੰਗਤਾਂ ਦੀ ਸਿੱਖਾਂ ਦੀ ਖੁਰਾਕ ਵਿੱਚ ਜਿਵੇਂ ਇਤਿਹਾਸ ਵਿੱਚ ਮਿਲਾਵਟਾਂ ਕਰਨ ਵਿੱਚ ਵਿਰੋਧੀ ਲੋਕ ਕਾਮਯਾਬ ਹੋਏ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਅੱਜ ਤੱਕ ਸਿੱਖ ਪੰਥ ਦੇ ਵੱਲੋਂ ਮਿਲਾਵਟ ਨਹੀਂ ਹੋਣ ਦਿੱਤੀ ਗਈ। ਭਾਵੇਂ ਜੰਗਾਂ ਯੁੱਧਾਂ ਦਾ ਸਮਾਂ ਰਿਹਾ, ਖਾਲਸਾ ਜੰਗਲਾਂ 'ਚ ਰਿਹਾ, ਉਜਾੜ ਬੀਆਬਾਨ ਜੰਗਲਾਂ 'ਚ ਬੁੱਢਾ ਜੋੜ ਦੀ ਧਰਤੀ ਜਾਂ ਹੋਰ ਥਾਵਾਂ 'ਤੇ ਗਿਣਤੀ ਵੀ ਬੜੀ ਥੋੜ੍ਹੀ ਰਹੀ, ਪਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਅੰਦਰ ਮਿਲਾਵਟ ਨਹੀਂ ਹੋਣ ਦਿੱਤੀ, ਕਿਸੇ ਨੂੰ ਵਾਧਾ ਘਾਟਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਪਰ ਅੱਜ ਐਸੇ ਯਤਨ ਬਹੁਤ ਜ਼ਿਆਦਾ ਵੱਡੀ ਪੱਧਰ 'ਤੇ ਹੋ ਰਹੇ ਆ। ਪਿਛਲੇ ਸਮੇਂ ਦੇ ਅੰਦਰ ਵੀ ਆਪ ਨੇ ਪੜ੍ਹਿਆ ਸੁਣਿਆ ਹੋਵੇਗਾ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੰਗਲਾਂ ਦਾ ਜੋ ਮੰਗਲਾਚਰਨ ਨੇ ਸਤਿਗੁਰਾਂ ਨੇ ਉਚਾਰੇ, ਇਹਨਾਂ ਦਾ ਵਾਧਾ ਘਾਟਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰੂ ਨਾਨਕ ਦੇਵ ਅਨੁਯਾਈ ਸੰਤ ਮਹਾਂਪੁਰਸ਼ਾਂ ਵਿਦਵਾਨਾਂ ਨੇ ਜੋ ਅੱਜ ਵੱਖ-ਵੱਖ ਸੰਪਰਦਾਵਾਂ ਟਕਸਾਲਾਂ ਦੇ ਅੰਦਰ ਉਹਨਾਂ ਨੇ ਉਸ ਸਮੇਂ ਵੱਡੀ ਇਕੱਤਰਤਾ ਕੀਤੀ ਔਰ ਇਸ ਚੀਜ਼ ਨੂੰ ਰੋਕਿਆ, ਉਸ ਚੀਜ਼ ਨੂੰ ਠੱਲ ਪਾਉਣਾ ਕੀਤੀ। ਉਹਨਾਂ ਮਹਾਂਪੁਰਸ਼ਾਂ ਨੇ ਵਿਦਵਾਨਾਂ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਕੋਈ ਮਿਲਾਵਟ ਨਾ ਹੋ ਸਕੇ। ਮਹਾਂਪੁਰਸ਼ਾਂ ਨੇ ਅੱਜ ਉਹਨਾਂ ਦੀ ਇੱਕ ਇਕੱਤਰਤਾ ਵਾਲੀ ਤਸਵੀਰ ਅਸੀਂ ਦੇਖਦੇ ਹਾਂ, ਬਹੁਤ ਸੰਸਾਰ ਦੇ ਉੱਤੇ ਉਹ ਵਾਇਰਲ ਹੁੰਦੀ ਹੈ। ਉਸ ਸਮੇਂ ਦੀ ਤਸਵੀਰ, ਸੈਂਕੜੇ ਮਹਾਤਮਾ ਇਕੱਠੇ ਹੋਏ, ਸੈਂਕੜੇ ਸਾਧੂ ਇਕੱਠੇ ਹੋਏ ਔਰ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਔਰ ਉਹਨਾਂ ਦੀ ਇਕੱਤਰਤਾ ਨੇ, ਉਹਨਾਂ ਦੇ ਰੋਸ ਨੇ ਉਸ ਚੀਜ਼ ਨੂੰ ਠੱਲ ਪਾ ਦਿੱਤੀ ਔਰ ਗੁਰੂ ਕੇ ਮੰਗਲਾਂ ਵਿੱਚ ਮੰਗਲਾਚਰਨ ਵਿੱਚ ਮਿਲਾਵਟ ਨਹੀਂ ਹੋਣ ਦਿੱਤੀ, ਅੱਗੇ ਪਿੱਛੇ ਨਹੀਂ ਹੋਣ ਦਿੱਤਾ, ਵਾਧਾ ਘਾਟਾ ਨਹੀਂ ਹੋਣ ਦਿੱਤਾ। ਮੈਂ ਬੇਨਤੀ ਕਰੂੰਗਾ ਕਿ ਜੋ ਪਿਛਲੇ ਦਿਨਾਂ ਦੇ ਅੰਦਰ ਐਸੀ ਘਟਨਾ ਹੋਈ ਹੈ, ਜੋ ਇਸ ਤਰ੍ਹਾਂ ਵਾਧਾ ਘਾਟਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉਹਨੂੰ ਠੱਲ ਪਾਉਣ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੱਲ੍ਹ ਦੀ ਭਾਵ 3 ਮਈ ਦੀ ਇਕੱਤਰਤਾ ਸੱਦੀ ਗਈ ਹੈ। ਅਕਾਲ ਤਖਤ ਸਾਹਿਬ ਤੇ ਸਾਡਾ ਸਭ ਦਾ ਫਰਜ਼ ਬਣਦਾ, ਕਿਉਂਕਿ ਗੱਲ ਗੁਰੂ ਦੀ ਹੈ, ਗੱਲ ਗੁਰੂ ਗ੍ਰੰਥ ਸਾਹਿਬ ਦੀ ਹੈ, ਗੱਲ ਸਾਡੀ ਆਤਮਿਕ ਖੁਰਾਕ ਦੀ ਹੈ, ਗੱਲ ਸਾਡੀ ਉਸ ਥਾਲ ਦੀ ਜਿਹੜਾ ਸਤਿਗੁਰ ਨੇ ਪਰੋਸ ਕੇ ਸਾਨੂੰ ਔਰ ਜਿਹਦੇ ਵਿੱਚ ਐਸੀਆਂ ਵਸਤਾਂ ਪਾ ਕੇ ਦਿੱਤੀਆਂ ਕਿ ਜਿਨ੍ਹਾਂ ਦੇ ਵਿੱਚ ਕੋਈ ਮਿਲਾਵਟ ਨਹੀਂ ਹੋ ਸਕਦੀ ਔਰ ਜਿਹਦੇ ਨਾਲ ਸਾਡੀ ਆਤਮਿਕ ਖੁਰਾਕ ਜਿਹੜੀ ਹੈ ਉਹਦੇ ਨਾਲ ਸਾਨੂੰ ਚੜ੍ਹਦੀ ਕਲਾ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ ਹੈ। ਤਾਂ ਮੈਂ ਸਮਝਦਾ ਸਾਰੇ ਮਹਾਂਪੁਰਸ਼ਾਂ ਨੂੰ, ਵਿਦਵਾਨਾਂ ਨੂੰ, ਜਿਹੜੇ ਗੁਰੂ ਨੂੰ ਸਮਰਪਿਤ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਸ਼ਰਧਾ ਰੱਖਦੇ ਆ, ਉਹਨਾਂ ਦਾ ਫਰਜ਼ ਬਣਦਾ। ਸਾਡੇ ਅਨੇਕਾਂ ਗਿਲੇ ਸ਼ਿਕਵੇ ਹੋ ਸਕਦੇ ਆ ਪ੍ਰਬੰਧ ਦੇ ਨਾਲ, ਪਰ ਜਿੱਥੇ ਗੱਲ ਗੁਰੂ ਦੀ ਹੈ ਉਥੇ ਅਸੀਂ ਸਭ ਨੇ ਇਕੱਤਰ ਹੋਣਾ। ਉਥੇ ਬਾਣੀ ਦਾ ਸ਼ਬਦ ਹੋਏ ਇਕੱਤਰ ਮਿਲੋ ਮੇਰੇ ਭਾਈ, ਇਹ ਵਚਨ ਸਾਡੀ ਅਗਵਾਈ ਕਰਦੇ ਆ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੱਦਾ ਹੈ ਔਰ ਮੈਂ ਬੇਨਤੀ ਕਰਾਂ, ਇਹ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਹੈ। ਜਿੰਨੀਆਂ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ, ਜਿੰਨੀਆਂ ਸੰਸਥਾਵਾਂ ਨੇ, ਜਿੰਨੇ ਸੰਤ ਮਹਾਂਪੁਰਸ਼ ਨੇ, ਉਹਨਾਂ ਨੂੰ ਆਪਣੇ ਲਿਖਤੀ ਵਿਚਾਰ ਲੈ ਕੇ ਜਾਣਾ ਚਾਹੀਦਾ। ਇਹ ਨਹੀਂ ਦੇਖਣਾ ਕਿ ਸਾਡਾ ਕੋਈ ਪ੍ਰਬੰਧ ਨਾਲ ਗਿਲਾ ਸ਼ਿਕਵਾ ਹੈ। ਮੈਂ ਬੇਨਤੀ ਕਰਾਂ
ਕਿ ਅਸੀਂ ਗੁਰਦੁਆਰੇ ਗੁਰੂ ਕਰਕੇ ਆਉਂਦੇ ਹਾਂ। ਪ੍ਰਧਾਨ ਕੋਈ ਹੋਵੇ, ਗ੍ਰੰਥੀ ਕੋਈ ਹੋਵੇ, ਮੈਂਬਰ ਕੋਈ ਹੋਵੇ, ਇਸ ਗੱਲ ਦਾ ਕੋਈ ਮਤਲਬ ਨਹੀਂ ਹੈ। ਅਸੀਂ ਤੇ ਗੁਰੂ ਕਰਕੇ ਆਉਣਾ, ਅਸੀਂ ਤੇ ਗੁਰੂ ਗ੍ਰੰਥ ਸਾਹਿਬ ਕਰਕੇ ਆਉਣਾ। ਔਰ ਜਿਹੜਾ ਅਕਾਲ ਤਖਤ ਹੈ ਉਹ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ। ਅਕਾਲ ਤਖਤ ਮੀਰੀ ਦੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਬਖਸ਼ਿਆ, ਤੇ ਅਸੀਂ ਅਕਾਲ ਤਖਤ ਸਾਹਿਬ ਤੇ ਗੁਰੂ ਕਰਕੇ ਜਾਣਾ। ਔਰ ਇਹ ਵੱਡਾ ਮਸਲਾ ਹੈ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ, ਭਾਵੇਂ ਕਿ ਡਿਊਟੀ ਉਹਨਾਂ ਸੰਸਥਾਵਾਂ ਦੀ ਹੈ, ਉਹ ਡਿਊਟੀ ਨਿਭਾ ਰਹੇ ਹੈ ਕਿ ਸਭ ਨੂੰ ਸੱਦਾ ਦੇ ਰਹੇ ਹੈ, ਪਰ ਮੈਂ ਆਪਣਾ ਫਰਜ਼ ਸਮਝਦਾ ਹੋਇਆ ਇੱਕ ਸਿੱਖ ਹੋਣ ਦੇ ਨਾਤੇ ਔਰ ਇੱਕ ਸਿੱਖ ਸੰਸਥਾ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਆਪਣਾ ਫਰਜ਼ ਸਮਝਦਾ ਕਿ ਸਾਰੇ ਸੰਤ ਮਹਾਂਪੁਰਸ਼, ਸਾਰੀਆਂ ਸੰਸਥਾਵਾਂ, ਸਾਰੀਆਂ ਜਥੇਬੰਦੀਆਂ, ਫਰਜ਼ ਬਣਦਾ ਸਾਡਾ ਅਸੀਂ ਆਪਣਾ ਪੱਖ ਉੱਥੇ ਰੱਖੀਏ। ਔਰ ਇੱਕ ਇਕੱਤਰਤਾ, ਇੱਕ ਯੂਨਿਟੀ, ਇੱਕ ਇਕੱਠ ਐਸਾ ਦੁਨੀਆ ਦੇ ਸਾਹਮਣੇ ਹੋਵੇ ਕਿ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਿਲਾਵਟ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਪੰਥ ਬਰਦਾਸ਼ਤ ਨਹੀਂ ਕਰਦਾ। ਇਸ ਗੱਲ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਗੱਲ ਦੀ ਕੋਈ ਕਿੱਡਾ ਵਿਦਵਾਨ ਹੋਵੇ, ਕੋਈ ਕਿੱਡਾ ਫਿਲਾਸਫਰ ਹੋਵੇ, ਕਿਸੇ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਿਲਾਵਟ ਕਰ ਸਕੇ। ਮੈਂ ਬੇਨਤੀ ਕਰੂੰ ਔਰ ਖਿਮਾ ਵੀ ਮੰਗੂੰਗਾ ਸੰਗਤਾਂ ਤੋਂ, ਮੇਰੇ ਗਲੇ ਦੀ ਥੋੜੀ ਖਰਾਬੀ ਹੈ ਜਿਸ ਕਰਕੇ ਪ੍ਰੋਪਰ ਸੰਗਤਾਂ ਤੱਕ ਆਵਾਜ਼ ਨਹੀਂ ਪੁੱਜ ਰਹੀ ਹੋਵੇਗੀ, ਪਰ ਮੈਸੇਜ ਬਹੁਤ ਵੱਡਾ ਗੁਰੂ ਦਾ, ਗੁਰੂ ਦੀ ਬਾਣੀ ਦਾ। ਮੇਰੀ ਆਵਾਜ਼ ਵੱਲ ਨਾ ਦੇਖਣਾ, ਗੁਰੂ ਦੀ ਬਾਣੀ ਵੱਲ, ਗੁਰੂ ਦੇ ਸ਼ਬਦ ਵੱਲ, ਗੁਰੂ ਦੀ ਬਾਣੀ ਦੇ ਸੰਬੰਧ 'ਚ ਦਿੱਤੇ ਜਾ ਰਹੇ ਮੈਸੇਜ ਵੱਲ ਆਪਾਂ ਸਾਰਿਆਂ ਨੇ, ਇਸ ਸੁਨੇਹੇ ਵੱਲ ਸਾਰਿਆਂ ਨੇ ਧਿਆਨ ਦੇਣਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ ਮਿਲਾਵਟ ਕਰਨ ਤੋਂ ਰੋਕਣ ਲਈ ਇਹ ਅਕਾਲ ਤਖਤ ਸਾਹਿਬ ਦੇ ਉੱਪਰ ਇਕੱਠ ਆ, ਤੇ ਅਸੀਂ ਉਸ ਅਕਾਲ ਤਖਤ ਸਾਹਿਬ ਤੇ ਆਪਣੇ ਗੁਰੂ ਕਰਕੇ ਜਾਣਾ ਔਰ ਆਪਣੇ ਵਿਚਾਰ ਦੇਣੇ ਆ। ਸਭ ਨੂੰ ਸੱਦਾ, ਜੇ ਕਿਸੇ ਨੂੰ ਸਮਾਂ ਉੱਥੇ ਵਿਚਾਰ ਦੇਣ ਦਾ ਨਾ ਮਿਲੇ ਉਹ ਆਪਣੇ ਲਿਖਤੀ ਲਿਜਾ ਸਕਦਾ। ਲਿਖਤੀ ਵਿਚਾਰ ਆਪਣੀ ਸੰਸਥਾ ਦੇ ਵੱਲੋਂ, ਆਪਣੇ ਵੱਲੋਂ ਅਕਾਲ ਤਖਤ ਸਾਹਿਬ ਤੇ ਦਿੱਤੇ ਜਾਣ ਔਰ ਇਸ ਚੀਜ਼ ਨੂੰ ਘੋਖਿਆ ਜਾਵੇ ਕਿ ਸ਼ੁਰੂਆਤ ਕਿੱਥੋਂ ਹੋਈ ਹੈ, ਕਿ ਕਿਤੇ ਸਾਡੀਆਂ ਸੰਸਥਾਵਾਂ ਦੀ ਮਿਲੀ ਭੁਗਤ ਤਾਂ ਨਹੀਂ, ਕੋਈ ਸਾਡੇ ਹੀ ਲੋਕ ਤਾਂ ਨਹੀਂ, ਜਾਂ ਕੋਈ ਵਿਰੋਧੀ ਲੋਕ ਜਿਹੜੇ ਸਾਡੇ ਪੰਥ ਨੂੰ ਜਜ਼ਬ ਕਰਨਾ ਚਾਹੁੰਦੇ ਆ, ਜਿਹੜੇ ਮਿਲਾਵਟ ਕਰਨਾ ਚਾਹੁੰਦੇ ਆ। ਜਿਵੇਂ ਇਤਿਹਾਸ ਦੀਆਂ ਬੁੱਕਾਂ ਦੇ ਵਿੱਚ ਮਿਲਾਵਟ ਹੋਈ, ਪੰਜਾਬ ਸਰਕਾਰ ਦੇ ਵੱਲੋਂ 1-2 ਦਿਨ ਪਹਿਲਾਂ ਹੀ 2-3 ਬੁੱਕਾਂ ਦੇ ਉੱਪਰ ਇਤਿਹਾਸ ਦੀਆਂ ਕਿਤਾਬਾਂ ਜਿਹੜੀਆਂ ਸਕੂਲਾਂ 'ਚ ਪੜ੍ਹਾਈਆਂ ਜਾਂਦੀਆਂ ਸੀ ਉਹਨਾਂ ਤੇ ਪਾਬੰਦੀ ਲਾਈ ਗਈ ਹੈ। ਸ਼ਲਾਘਾਯੋਗ ਕੰਮ ਹੈ। ਜਿਹੜੀਆਂ ਕਿਤਾਬਾਂ ਨੂੰ ਪੰਥ ਪ੍ਰਵਾਨ ਨਹੀਂ ਕਰਦਾ, ਜਿਹੜੀ ਮਿਲਾਵਟ ਨੂੰ ਸਿੱਖ ਪ੍ਰਵਾਨ ਨਹੀਂ ਕਰਦਾ, ਉਹ ਕਿਉਂ ਸਕੂਲਾਂ 'ਚ ਪੜ੍ਹਾਈ ਜਾਵੇ, ਚਾਹੇ ਉਹ ਕੇਂਦਰ ਦੀ ਸਰਕਾਰ ਵੱਲੋਂ ਹੋਵੇ ਤੇ ਚਾਹੇ ਉਹ ਕਿਸੇ ਸਟੇਟ ਸੂਬੇ ਦੀ ਸਰਕਾਰ ਵੱਲੋਂ ਹੋਵੇ। ਸ਼ਲਾਘਾਯੋਗ ਕੰਮ ਹੈ। ਔਰ ਸਜ਼ਾਵਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਉਹਨਾਂ ਲੋਕਾਂ ਨੂੰ ਜਿਹੜੇ ਮਿਲਾਵਟਾਂ ਕਰਦੇ, ਚਾਹੇ ਸਾਡੇ ਇਤਿਹਾਸ ਦੇ ਅੰਦਰ, ਚਾਹੇ ਗੁਰਬਾਣੀ ਦੇ ਅੰਦਰ। ਸਖਤ ਸਜ਼ਾਵਾਂ, ਧਾਰਮਿਕ ਸਜ਼ਾਵਾਂ ਵੀ ਹੋਣ, ਕਾਨੂੰਨੀ ਸਜ਼ਾਵਾਂ ਵੀ ਹੋਣ, ਕਿਉਂਕਿ ਸਤਿਗੁਰ ਨੇ ਕਿਸੇ ਨੂੰ ਅਧਿਕਾਰ ਨਹੀਂ ਦਿੱਤਾ ਕਿ ਉਹ ਗੁਰਬਾਣੀ 'ਚ ਵਾਧਾ ਘਾਟਾ ਕਰ ਸਕੇ। ਉਹ ਲਗਾ ਮਾਤਰਾ ਨੂੰ ਹਟਾ ਦੇਵੇ ਜਾਂ ਲਗਾ ਮਾਤਰਾ ਵਧਾ ਦੇਵੇ ਜਾਂ ਸ਼ਬਦਾਂ ਦਾ ਵਾਧਾ ਕਰ ਦੇਵੇ। ਗੁਰੂ ਅਰਜਨ ਦੇਵ ਮਹਾਰਾਜ ਨੇ ਉਹਨਾਂ ਜਿਹੜੇ ਕੁਝ ਭਗਤ ਬਾਣੀ ਲੈ ਕੇ ਆਏ ਸਨ ਆਪਣੀ, ਪਰ ਉਹ ਗੁਰੂ ਦੇ ਬਾਣੀ ਦੇ ਤੁਲ ਨਹੀਂ ਸੀ, ਉਹਨੂੰ ਗੁਰਬਾਣੀ 'ਚ ਜਗ੍ਹਾ ਨਹੀਂ ਦਿੱਤੀ, ਥਾਂ ਨਹੀਂ ਦਿੱਤੀ। ਸੋ ਇਸ ਕਰਕੇ ਮੈਂ ਸਮਝਦਾ ਕਿ ਅੱਜ ਲੋੜ ਹੈ ਸਾਨੂੰ ਇਸ ਪਾਸੇ ਧਿਆਨ ਦੇਣ ਦੀ
ਕਿ ਸਾਡੇ ਇਤਿਹਾਸ ਵਿੱਚ ਤਾਂ ਮਿਲਾਵਟਾਂ ਕੀਤੀਆਂ ਨੇ, ਪਰ ਬਾਣੀ ਵਿੱਚ ਕੋਈ ਮਿਲਾਵਟ ਨਾ ਹੋ ਜਾਵੇ। ਸਮੇਂ ਤੇ ਢੁਕਵਾਂ ਜਵਾਬ ਇਸ ਦਾ ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਦੇਣਾ ਚਾਹੀਦਾ। ਔਰ ਜਿਹੜਾ ਕੱਲ ਦਾ ਇਕੱਠ ਅਕਾਲ ਤਖਤ ਸਾਹਿਬ ਤੇ ਸੱਦਿਆ, ਕਿਉਂਕਿ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਇਸ ਇਕੱਤਰਤਾ 'ਚ ਭਾਗ ਲੈਣਾ। ਉਹਨਾਂ ਲੋਕਾਂ ਦੀ ਪਛਾਣ ਵੀ ਕਰਨੀ ਹੈ ਕਿ ਜਿਹੜੇ ਇਸ ਚੀਜ਼ ਨੂੰ ਬੜਾਵਾ ਦਿੰਦੇ ਆ, ਜਿਹੜੇ ਇਹੋ ਜਿਹੇ ਲੋਕਾਂ ਦੀ ਪਿੱਠ ਥਾਪੜਦੇ ਆ, ਇਹੋ ਜਿਹੇ ਲੋਕਾਂ ਦੀ ਮਦਦ ਕਰਦੇ ਆ, ਇਹੋ ਜਿਹੇ ਲੋਕਾਂ ਦਾ ਸਾਥ ਦਿੰਦੇ ਆ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮਿਲਾਵਟ ਕਰਨ। ਉਹਨਾਂ ਲੋਕਾਂ ਦੀ ਪਛਾਣ ਵੀ ਕਰਨੀ ਹੈ, ਉਹਨਾਂ ਲੋਕਾਂ ਨੂੰ ਵੀ ਪਛਾਣਨਾ। ਸੋ ਆਓ, ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਪਾਵਨ ਬਾਣੀ ਜੋ ਸਾਨੂੰ ਬਖਸ਼ਿਸ਼ ਕੀਤੀ ਹੈ, ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ। ਇਹ ਸਤਿਗੁਰ ਦਾ ਕੀਤਾ ਹੋਇਆ ਸਾਰਾ ਕੁਝ ਪੂਰਾ ਹੈ, ਕੁਝ ਘੱਟ ਵੱਧ ਨਹੀਂ ਹੈ ਕਿ ਕੋਈ ਮਨੁੱਖ, ਕੋਈ ਵਿਦਵਾਨ ਜਾਂ ਕੋਈ ਫਿਲਾਸਫਰ ਇਹਦੇ ਤੇ ਆਪਣੀ ਮਤ ਠੋਸ ਸਕੇ ਜਾਂ ਕਿਸੇ ਸਾਜ਼ਿਸ਼ ਦੇ ਅਧੀਨ ਬਾਣੀ 'ਚ ਮਿਲਾਵਟ ਕਰੇ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਆ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਕਿ ਗੁਰਮੁਖੋ ਇਹ ਗੁਰਬਾਣੀ ਦਾ ਥਾਲ ਪਰੋਸਿਆ, ਇਹਦੇ 'ਚ ਤਿੰਨ ਵਸਤਾਂ ਨੇ, ਇੱਕ ਸੱਤ ਆ, ਇੱਕ ਸੰਤੋਖ ਆ, ਇੱਕ ਵਿਚਾਰ ਆ। ਇਹ ਤਿੰਨ ਵਸਤਾਂ ਨੇ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਇਹਦੇ ਵਿੱਚ ਅੰਮ੍ਰਿਤ ਨਾਮ ਆ ਉਸ ਠਾਕੁਰ ਦਾ, ਉਸ ਮਾਲਕ ਦਾ, ਉਸ ਪਰਮਾਤਮਾ ਦਾ, ਜਿਸ ਕਾ ਸਭ ਆਧਾਰੋ, ਜਿਹਦਾ ਸਾਰਿਆਂ ਨੂੰ ਆਸਰਾ ਹੈ, ਜਿਹਦੇ ਆਸਰੇ ਨਾਲ ਆ ਸੰਸਾਰ ਖੜਾ ਹੈ, ਜਿਹਦੇ ਆਸਰੇ ਨਾਲ ਧਰਤੀ ਖੜੀ ਹੈ, ਜਿਹਦੇ ਆਸਰੇ ਨਾਲ ਅਸੀਂ ਤੁਰੇ ਫਿਰਦੇ ਹਾਂ, ਜਿਹਦੇ ਆਸਰੇ ਦੇ ਨਾਲ, ਜਿਹਦੀ ਜੋਤ ਦੇ ਨਾਲ, ਜਿਹਦੇ ਬਲ ਦੇ ਨਾਲ ਸਾਡੀਆਂ ਅੱਖਾਂ ਦੇਖਦੀਆਂ ਨੇ, ਸਾਡੇ ਕੰਨ ਸੁਣਦੇ ਆ, ਸਾਡੀ ਰਸਨਾ ਬੋਲਦੀ ਹੈ, ਸਾਡੇ ਹੱਥ ਪੈਰ ਕੰਮ ਕਰਦੇ ਆ। ਇਹ ਉਸ ਦਾ ਆਸਰਾ ਹੈ। ਤੇ ਨਾਲ ਹੀ ਮੈਂ ਬਚਨ ਕਰਾਂ, ਗੁਰਮੁਖ ਪਿਆਰਿਓ, ਸਤਿਗੁਰ ਨੇ ਸਾਨੂੰ ਬਾਣੀ 'ਚ ਸੱਤ ਦਿੱਤਾ ਹੈ, ਸੰਤੋਖ ਦਿੱਤਾ ਹੈ। ਸੱਚ ਕੀ ਹੈ? ਜਿਹੜਾ ਸਦਾ ਰਹਿਣ ਵਾਲਾ, ਜਿਹੜਾ ਵੱਧਦਾ ਘਟਦਾ ਨਹੀਂ, ਜਿਹੜਾ ਹਰ ਸਮੇਂ ਇੱਕੋ ਜਿਹਾ, ਉਹ ਹੈ ਪਰਮਾਤਮਾ, ਉਹ ਹੈ ਅਕਾਲ ਪੁਰਖ। ਉਹਦਾ ਨਾਮ ਅੱਲਾ ਕਹਿ ਲੋ, ਰਾਮ ਕਹਿ ਲੋ, ਖੁਦਾ ਕਹਿ ਲੋ, ਵਾਹਿਗੁਰੂ ਕਹਿ ਲੋ, ਉਹ ਹੈ ਸੱਚ। ਜਿਵੇਂ ਗੁਰਮੁਖ ਪਿਆਰਿਓ, ਸੱਚ ਨੂੰ ਵਧਾਇਆ ਘਟਾਇਆ ਨਹੀਂ ਜਾ ਸਕਦਾ। ਸੱਚ ਸਦਾ ਰਹਿਣ ਵਾਲਾ ਹੈ। 10ਵੇਂ ਪਾਤਸ਼ਾਹ ਦੇ ਬਚਨ ਨੇ ਕਿ ਜਿਮੀ ਜਮਾਨ ਕੇ ਵਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ ਸਾਰੇ ਸੰਸਾਰ ਦੇ ਅੰਦਰ, ਜਰਰੇ ਜਰਰੇ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ। ਨਾ ਉਹ ਵੱਧਦੀ ਹੈ ਨਾ ਘਟਦੀ ਹੈ। ਕੋਈ ਵਧਾਉਣਾ ਚਾਹਵੇ ਵੱਧ ਨਹੀਂ ਸਕਦੀ, ਘਟਾਉਣਾ ਚਾਹਵੇ ਘਟ ਨਹੀਂ ਸਕਦੀ। ਜਿਵੇਂ 100 ਦਾ ਨੋਟ ਹੈ ਨਾ, ਉਹਨੂੰ ਤੁਸੀਂ ਪੈਰਾਂ ਥੱਲੇ ਰੱਖ ਲਓ, ਉਹ ਤਾਂ ਵੀ 100 ਦਾ। ਉਹਨੂੰ ਪਿੱਠ ਥੱਲੇ ਰੱਖ ਲਓ, ਉਹ ਤਾਂ ਵੀ 100 ਦਾ। ਜੇ ਉਹਨੂੰ ਤੁਸੀਂ ਸਿਰ ਤੇ ਰੱਖ ਲਓ, ਉਹ ਤਾਂ ਵੀ 100 ਦਾ। ਉਹਦਾ ਆਦਰ ਮਾਣ ਕਰੋ, ਸਤਿਕਾਰ ਕਰੋ, ਉਹ ਤਾਂ ਵੀ 100 ਦਾ। ਜੇ ਉਹਦਾ ਨਰਾਦਰ ਕਰੋ, ਤਿਰਸਕਾਰ ਕਰੋ, ਉਹ ਤਾਂ ਵੀ 100 ਦਾ। ਉਹਨੇ 100 ਦਾ ਰਹਿਣਾ। ਇਸੇ ਤਰ੍ਹਾਂ ਉਹ ਪਰਮਾਤਮਾ ਸੱਚ ਹੈ, ਉਹ ਸਦਾ ਰਹਿਣ ਵਾਲਾ। ਸੱਚ ਉਹੀ ਹੈ ਜਿਹਨੇ ਸਦਾ ਰਹਿਣਾ। ਸਤ ਤੇ ਇਹ ਸਤਿਗੁਰਾਂ ਦੀ ਪਾਵਨ ਬਾਣੀ ਦੇ ਅੰਦਰ ਸਤਿਗੁਰ ਨੇ ਸਾਨੂੰ ਸਤ ਪਰੋਸਿਆ। ਜਿਵੇਂ ਰਾਜਾ ਮੋਹਰ ਲਾ ਦਿੰਦਾ ਹੀਰੇ ਲਾਲ ਜਵਾਹਰ ਪਾ ਕੇ, ਇਹਦੇ ਵਿੱਚ ਨਾਮ ਦੇ ਹੀਰੇ ਆ, ਇਹਦੇ ਵਿੱਚ ਪ੍ਰੇਮ ਦੇ ਜਵਾਹਰ ਆ, ਇਹਦੇ 'ਚ ਵਿਰਾਗ ਦੇ ਮੋਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਜੋ ਸਾਨੂੰ ਬਖਸ਼ਿਸ਼ ਹੁੰਦੀ ਹੈ। ਸੋ ਸਤਿਗੁਰ ਬਚਨ ਕਰਦੇ ਆ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब सधारो।
इस बाणी विच नाम अमृत है। नौ ने दे अमृत प्रभ का नाम, ओ प्रभु का नाम, ओनू आपां हिरदे च वसाउणा है। और दूसरा वचन करा, ये मुंदावणी है। मुंदावणी नू बुझारत भी आख्या जाता है। बुझारत पहेली, पोठोहार दा इलाका, उहदे अंदर पोठोहार बोली दे अंदर, पाकिस्तान दे अंदर, कश्मीर, कुछ पंजाब दा इलाका, उन्होंने पोठोहार दा इलाका कहा जाता है। उहदे अंदर मुंदावणी बुझारत नूं कहा जाता है, पहेली नूं। सतगुरां ने एक बुझारत पाई है, एक पहेली साडे सामने रखी है। गुरु ग्रंथ साहब की बाणी दे अंदर 645 अंग दे उपर जिक्र आउंदा है कि यह मुंदावणी सतगुर पाई, गुरसिखां लद्दी भाल। उथे मुंदावणी का अर्थ है बुझारत। बुझारत पहेली सतगुर ने जिक्र किया कि बाणी का थाल है। इस थाल विच 3 अवस्था ने, 7 संतोख विचारो। पर जदों अगे असीं पढ़ते हैं कि अमृत नाम ठाकुर का पायो, फिर 4 अवस्था बन जांदियां। सतगुरां ने 3 कहा। हुण इहनूं जदों सुध पढ़ना, जदों सुध अर्थ करना, इस मुंदावणी नूं, इस बुझारत नूं, इस पहेली नूं जदों असीं जानना, ते सतगुर सच्चे पातशाह महाराज बचन करते हैं कि भाई थाल विच 3 वस्तु पईओ, 7 संतोख विचारो। ये तू विचार लै, इनू जान लै, समझ लै कि इहदे अंदर 7 संतोख है। फिर तीजी वस्तु की है? अमृत नाम ठाकुर का पयो। सिंह साहब बैठे है, गुरु महाराज की ताबिया वड्डा खजाना है उन्हां कोल। गुरबाणी की व्याख्या तुसीं उन्हां तो सुनते हो, वो आप जी नूं बचन सुणाउंदे रहिंदे है। और ये जिहड़ी मुंदावणी है, ये पहेली है। जदों इस नूं मुंदावणी बुझारत नूं गुरसिखां ने समझना तां इहदे विच विचारो शब्द जिहड़ा वो विचार दा आ जाएगा, समझदा आ जाएगा कि वस्तां ते 3 ही है। थाल विच 3 अवस्था ने, एक सातिया, एक संतोख है और एक अमृत नाम, जिहड़ा अगली तुक विच सतगुरां ने बख्शिया कि अमृत नाम ठाकुर का पयो। मेरा गला बहुता साथ नहीं दे रहा, मैं बेनती करूँगा कि जे सिंह साहब ठीक समझण तो वह आके व्याख्या कर सकते हैं, संगतां नूं कोई परेशानी ना आवे। और जो उन्हां दा विचार है, उन्हां दे हुक्म अनुसार 5-10 मिनट का समा होर है, इसे तरह संगतां प्रवान कर लैण। मेरे वालों बेनती है सिंह साहब नूं कि जे वो मुनासिब समझण तां वो अगे व्याख्या कर सकते हैं। मैं बेनती कर रहा सी, ध्यान जोड़ियो। थाल विच 3 वस्तु पईओ, 7 संतोख विचारो। एक साते है, एक संतोख है, एक अमृत नाम है। जदों इनू असीं बुझारत पहेली दे रूप विच वेखांगे, बुझारत दे रूप विच वेखांगे, तां उस वेले विचार शब्द जिहड़ा वो समझण दा कि गुरमुखो विचार लो, समझ लो कि सतगुर ने सानू बाणी दा थाल परोसिया। इहदे च 3 अवस्था ने, अमृत नाम है, सातिया संतोख है, जिसनों हिरदे च वसाउणा है, जिहदे नाल जीवन दा भला होना है। थाल विच 3 वस्तु पईओ, 7 संतोख विचारो, अमृत नाम ठाकुर का पयो, जिसका सबसे आधारो। वो परमात्मा का नाम है। इस बाणी दे अंदर, इस रूप दे अंदर
इस थाल दे अंदर जिहदा सब नूं आसर है। और अगे बचन है, जे को खावे जे को पुंचै तिसका होए उधारो। इस पानी दे बख्शे हुए थाल नो, ये गुरुआं वालों बख्शे हुए परोसे हुए भोजन आत्मक खुराक दे थाल नो जे कोई गुरसिख खांदा है, भाव नाम जपदा है, सिमरन करदा है, इन्हां शब्दां नूं समझदा है, ये गुरबाणी दे जाप करदा है और पुंचदा है, वरताउंदा भी है। आप जपै अवरै नाम जपावै, आप भी जपदा है, होरां नूं भी जपाउंदा है। जे को खावै जे को पुंचै तिसका होए उधारो। जिहड़ा इस बाणी नूं इस नाम शब्द नूं खावेगा, पुंचेगा, वरतावेगा, ओदा उधार हो जावेगा, ओदा भला हो जावेगा। भला ही उसे दा होना है जिहड़ा इस नाम नूं पुंचदा है, इस नाम नूं खांदा है, भाव इस नाम नूं जपदा है। बाणी पढ़नी कोई तोता रटन नहीं है, नाम जपना कोई तोता रटन नहीं है। सतगुरां ने सानू साथ साथ सिमरो गोविंद दा उपदेश दिता है। बाणी नूं सिमरना, नितनेम करना, भजन सिमरन करना, ये सतगुर ने सानू बख्शिया। और ख्याल करना उधार भी उसे दा होवेगा, भला भी उसे दा होवेगा जिहड़ा इस नाम नूं छकदा है, इस नाम नूं पुंचदा है। और सतगुरां अगे वचन कीता है, एह वास्ता तजी नह जाई, नित नित रख उर तारो। ये जिहड़ा नाम शब्द है ये छड्या नहीं जा सकदा, इनू त्यागना नहीं है, छड्डना नहीं है। नित नित रख उर तारो। और नाम है हिरदे दा, इनू अपने हिरदे च धारो, भाव धारण कर, इनू अपने हिरदे च वसा। ये परमात्मा दे नाम नो तो हिरदे च वसाउणा। नित नित नितनेम। मैं पहला बेनती की है, तोता रटन नहीं है। कई वीर कहंदे एक बार जपजी साहब पढ़ लिया, एक बार जाप साहब पढ़ लिया, या एक बार सहज पाठ कर लिया, मुड़ के लोड़ नहीं है। नहीं गुरमुखो, सतगुर कहंदे नित नित, रोजाना, हर रोज, हर समय, हर पल नित नित रख और तारो। इनू अपने हिरदे च वसा, हिरदे च रख। ये सतगुर दा नाम, सतगुर दा उपदेश जो सतगुर ने सानू बख्शिया, ये सतगुर दा उपदेश ही सानू भुलियां नू मार्ग पाउंदा है। भुले मार्ग जिन्हें बताया, ऐसा गुर वडभागी पाया। ये वड्डे भागां नाल सानू ऐसे गुरु की प्राप्ति हुई है। वड्डे भागां नाल गुरु मान्यो ग्रंथ, गुरु साहब की सानू बख्शिश हुई है। ते ख्याल करियो, एक बार ही नहीं, नित नित रख और तारो। नितनेम रोजाना करना, सिमरन रोजाना करना, गुरबाणी दे इन्हां शब्दां नूं नित हिरदे च वसाउणा। ये सतगुर दा वचन है। ये जिहड़ा थाल परोसे है, नित नित रख और तारो, इनू छड्डना नहीं। ये ते शीस भी सतगुर ने ही बख्शी है कि पूता माता की असीस निमखना बिसरो, तुमको हर हर सदा भजो जगदीश। ये सानू ते साडे सतगुर दी, साडे माँ बाप दी आसीस ही यही है, आशीर्वाद यही है। पूता माता की आसीस, निमख न बिसरो। एक निमख मात्र भी, एक छिन पल भी परमात्मा दे नाम नू विसरना नहीं है, गुरबाणी नू विसरना नहीं है, गुरु नू विसरना नहीं है, सत संतोख नू विसरना नहीं है, अमृत नाम नू विसरना नहीं है। जो इहदे विच सानू प्रेम
ਤੇ ਪਿਆਰ ਬਖਸ਼ਿਆ ਵਿਸਰਨਾ ਨਹੀਂ ਹੈ, ਕਿਉਂਕਿ ਸਤਿਗੁਰ ਦਾ ਉਪਦੇਸ਼ ਸੀ ਸਰਬੱਤ ਦੇ ਭਲੇ ਦਾ ਕਿ ਪਿਆਰ ਸਭ ਨਾਲ, ਨਫ਼ਰਤ ਕਿਸੇ ਨਾਲ ਨਹੀਂ। ਨਫ਼ਰਤ ਨਹੀਂ ਕਿਸੇ ਨਾਲ, ਔਗਣਾ ਨਾਲ ਨਫ਼ਰਤ ਹੈ, ਪਾਪ ਨਾਲ ਨਫ਼ਰਤ ਪਾਪੀ ਨਾਲ ਨਹੀਂ। ਉਹਨੂੰ ਤਾਂ ਇਸ ਰਾਹ ਤੇ ਲੈ ਕੇ ਆਉਣਾ, ਇਸ ਮਾਰਗ ਤੇ ਲੈ ਕੇ ਆਉਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਆ, ਭਾਈ ਨਿਤ ਨਿਤ ਰੱਖ ਉਰ ਧਾਰੋ। ਗੁਰੂ ਦੇ ਘਰ ਨਿਤ ਆ, ਇਹ ਨਹੀਂ ਕਿ ਕਿਤੇ ਮੱਸਿਆ ਸੰਗਰਾਂਦ ਤੇ ਮੱਥਾ ਟੇਕਣਾ, ਸਾਲ 'ਚ ਇੱਕ ਵਾਰ ਨਹੀਂ। ਨਿਤ ਨਿਤ ਹਮੇਸ਼ਾ ਗੁਰੂ ਦੇ ਦਰ ਨਾਲ ਜੁੜੇ ਰਹਿਣਾ। ਨਿਤ ਕਿਉਂ ਬਾਣੀ ਪੜ੍ਹਨੀ ਹੈ, ਨਿਤ ਕਿਉਂ ਸਿਮਰਨ ਕਰਨਾ, ਨਿਤ ਕਿਉਂ ਵਿਚਾਰਨਾ ਕਿ ਸਤਿਗੁਰ ਨੇ ਜਿਹੜਾ ਸਾਨੂੰ ਉਪਦੇਸ਼ ਬਖਸ਼ਿਆ ਅਸੀਂ ਕਿੰਨਾ ਕੁ ਮੰਨ ਲਿਆ ਜਾਂ ਕਿੰਨਾ ਅਜੇ ਨਹੀਂ ਮੰਨਿਆ, ਕਿਹੜੇ ਗੁਣ ਧਾਰਨ ਕਰ ਲਿਆ ਜਾਂ ਕਿਹੜੇ ਅਜੇ ਨਹੀਂ ਕੀਤੇ। ਇਹ ਗੁਰਬਾਣੀ 'ਚ ਵਿਚਾਰਨੇ ਆ, ਕਿਹੜੇ ਗੁਣ ਧਾਰਨ ਕਰ ਲਏ ਆ ਜਾਂ ਕਿਹੜੇ ਨਹੀਂ ਕੀਤੇ। ਸੋ ਸਤਿਗੁਰ ਬਚਨ ਕਰਦੇ, ਭਾਈ ਨਿਤ ਨਿਤ ਨਿਤਾ ਪ੍ਰਤੀ ਬਾਣੀ ਨੂੰ ਪੜ੍ਹਨਾ, ਨਿਤਾ ਪ੍ਰਤੀ ਗੁਰੂ ਘਰ ਆਉਣਾ, ਨਿਤਾ ਪ੍ਰਤੀ ਦਰਸ਼ਨ ਕਰਨੇ ਆ। ਔਰ ਸਤਿਗੁਰ ਬਚਨ ਕਰਦੇ ਆ, ਭਾਈ ਤਮ ਸੰਸਾਰ, ਇਹ ਸੰਸਾਰ ਤਾਂ ਹਨੇਰਾ ਆ, ਅਗਿਆਨਤਾ ਦਾ ਹਨੇਰਾ ਆ। ਚਰਨ ਲੱਗ ਤਰੀ ਹੈ ਤੋ ਗੁਰੂ ਦੇ ਚਰਨਾਂ ਨਾਲ ਲੱਗ ਕੇ ਤਰਨਾ। ਇੱਥੇ ਗੁਰੂ ਸ਼ਬਦ ਹੈ ਤੇ ਚਰਨ ਨਾਮ ਹੈ। ਸਤਿਗੁਰ ਦਾ ਨਾਮ ਹੀ ਗੁਰੂ ਦੇ ਚਰਨ ਹੈ। ਨਾ ਦੇ ਗੁਰੂ ਹੈ ਨਾ ਦੇ ਚਰਨ ਹੈ। ਸ਼ਖਸੀ ਪੂਜਾ ਨਹੀਂ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਸ਼ਬਦ ਹੈ ਤੇ ਚਰਨ ਨਾਮ ਹੈ। ਤੇ ਸਤਿਗੁਰ ਬਚਨ ਕਰਦੇ, ਭਾਈ ਤਮ ਸੰਸਾਰ ਚਰਨ ਲਗ ਤਰੀ ਹੈ, ਸਭ ਨਾਨਕ ਬ੍ਰਹਮ ਪਸਾਰੋ। ਇਹ ਸਾਰਾ ਪਸਾਰਾ ਬ੍ਰਹਮ ਦਾ, ਨਾਨਕ ਨਾਮ ਦੀ ਮੋਹਰ ਲਾਈ ਹੈ ਗੁਰੂ ਅਰਜਨ ਦੇਵ ਮਹਾਰਾਜ ਨੇ ਤੇ ਬਚਨ ਕੀਤਾ ਹੈ, ਇਹ ਉਸੇ ਦਾ ਪਸਾਰਾ ਹੈ ਸਾਰਾ। ਤੇ ਜਿਸ ਦਾ ਸਾਰਾ ਪਸਾਰਾ ਹੈ ਉਹਦੇ ਚਰਨਾਂ ਨਾਲ ਲੱਗ ਜਾ, ਉਹਦੇ ਨਾਮ ਨਾਲ ਲੱਗ ਜਾ, ਇਹ ਸੰਸਾਰ ਤੋਂ ਤਰ ਜਾਵੇਗਾ, 84 ਦਾ ਚੱਕਰ ਮੁੱਕ ਜਾਵੇਗਾ, ਲੋਕ ਸੁਖੀਆ ਪਰਲੋਕ ਸੁਹੇਲਾ ਹੋ ਜਾਵੇਗਾ ਤੇਰਾ। ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਆਓ ਗੁਰਮੁਖੋ, ਗੁਰੂ ਦੇ ਚਰਨਾਂ ਨਾਲ ਲੱਗੀਏ, ਗੁਰਬਾਣੀ ਨਾਲ ਜੁੜੀਏ, ਗੁਰੂ ਦੇ ਸ਼ਬਦ ਨਾਲ ਜੁੜੀਏ। ਮਾੜੇ ਕਰਮਾਂ ਤੋਂ ਗਰੇਜ ਕਰਨਾ, ਧਰਮ ਨਾਲ ਜੁੜਨਾ, ਸਭ ਨਾਲ ਪਿਆਰ, ਨਫ਼ਰਤ ਕਿਸੇ ਨਾਲ ਨਹੀਂ। ਚੰਗੇ ਕਰਮਾਂ ਲਈ ਸਭ ਦਾ ਸਾਥ ਦੇਣਾ ਔਰ ਸਤਿਗੁਰ ਦੀਆਂ ਬਖਸ਼ਿਸ਼ਾਂ ਰਹਿਮਤਾਂ ਨੂੰ ਹਾਸਲ ਕਰਕੇ 84 ਦੇ ਚੱਕਰਾਂ ਚੋਂ ਨਿਕਲ ਕੇ ਗੁਰੂ ਦੀ ਜੋਤ ਵਿੱਚ ਜੀਵਨ ਮੁਕਤ, ਮਰ ਕੇ ਮੁਕਤ ਨਹੀਂ, ਜਿਉਂਦਿਆਂ ਹੀ ਮੁਕਤ ਹੋ ਜਾਣਾ। ਜੀਵਨ ਮੁਕਤ ਅਵਸਥਾ ਨੂੰ ਇਸ ਬਾਣੀ ਨਾਲ, ਸ਼ਬਦ ਨਾਲ, ਗੁਰੂ ਨਾਲ ਜੁੜ ਕੇ ਅਸੀਂ ਹੋ ਸਕਦੇ ਹਾਂ। ਇਹ ਗੁਰੂ ਸਾਹਿਬ ਨੇ ਸਾਨੂੰ ਥਾਲ ਬਖਸ਼ਿਆ, ਇਹ ਥਾਲ ਪਰੋਸਿਆ ਸਤ ਸੰਤੋਖ ਦਾ, ਅੰਮ੍ਰਿਤ ਨਾਮ ਦਾ। ਇਹਨੂੰ ਹਿਰਦੇ 'ਚ ਵਸਾ ਲਈਏ। ਔਰ ਨਾਲ ਹੀ ਮੈਂ ਬੇਨਤੀ ਕਰਾਂ, ਗੁਰੂ ਨੇ ਇਹ ਸਾਨੂੰ ਜੋ ਬੁਝਾਰਤ ਵੀ ਪਾਈ, ਪਹੇਲੀ ਵੀ, ਇਸ ਨੂੰ ਵੀ ਇਹ ਮੁੰਦਾਵਣੀ ਸਤਿਗੁਰ ਪਾਈ। ਗੁਰਸਿੱਖਾਂ ਲੱਦੀ ਪਹਾੜ, ਗੁਰੂ ਕੇ ਸਿੱਖ ਆਤਮਦਰਸ਼ੀ ਹੈ, ਜਾਣ ਲੈਂਦੇ ਗੁਰੂ ਦੀ ਬਖਸ਼ਿਸ਼ ਦੁਆਰਾ। ਪਰ ਨਾਲ ਹੀ ਦੂਜਾ ਬਚਨ ਮੁੰਦ ਦਿੱਤਾ, ਮੋਹਰ ਲਾ ਦਿੱਤੀ ਸਤਿਗੁਰਾਂ ਨੇ। ਕੋਈ ਵਾਧਾ ਘਾਟਾ ਨਹੀਂ, ਬਰਦਾਸ਼ਤ ਨਹੀਂ ਕੀਤਾ ਸਿੱਖਾਂ ਨੇ, ਨਾ ਹੀ ਕਰਨਾ, ਨਾ ਕਿਸੇ ਨੂੰ ਇਜਾਜ਼ਤ ਹੈ। ਤੇ ਹੱਥ ਬੰਨ ਕੇ ਬੇਨਤੀ ਹੈ ਐਸੇ ਲੋਕਾਂ ਨੂੰ ਕਿ ਉਹ ਗਰੇਜ ਕਰਨ, ਚਾਹੇ ਉਹ ਅਚਨਚੇਤ ਕਰ ਰਹੇ ਆ, ਚਾਹੇ ਉਹ ਸਾਜ਼ਿਸ਼ਾਂ ਨਾ ਕਰ ਰਹੇ ਆ, ਚਾਹੇ ਉਹ ਭੁਲੇਖੇ 'ਚ ਕਰ ਰਹੇ ਆ, ਕਾਰਨ ਕੋਈ ਵੀ ਹੋਵੇ, ਇਸ ਨੂੰ ਪੰਥ ਬਰਦਾਸ਼ਤ ਨਹੀਂ ਕਰਦਾ। ਤੇ ਇਸ ਵਾਸਤੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਵਾਜ਼ ਆਈ ਹੈ, ਸਾਰੇ ਸੰਤ ਮਹਾਂਪੁਰਸ਼, ਵਿਦਵਾਨ ਔਰ ਸਾਰੇ ਗੁਰੂ ਦਾ ਪਿਆਰ ਰੱਖਣ ਵਾਲੀਆਂ ਪੰਥਕ ਸੰਸਥਾਵਾਂ, ਜਥੇਬੰਦੀਆਂ, ਸਭ ਨੂੰ ਕੱਲ੍ਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਤਰ ਹੋਣਾ ਚਾਹੀਦਾ। ਲਿਖਤੀ ਵਿਚਾਰ ਲੈ ਕੇ ਜਾਣੇ ਚਾਹੀਦੇ ਆ, ਵਿਦਵਾਨਾਂ ਦੇ ਵਿਚਾਰ, ਮਹਾਂਪੁਰਸ਼ਾਂ ਦੇ ਵਿਚਾਰ ਲਏ ਜਾਣੇ ਚਾਹੀਦੇ ਆ। ਪਹਿਲਾਂ ਵੀ ਮਹਾਂਪੁਰਸ਼ਾਂ ਨੇ, ਵਿਦਵਾਨਾਂ ਨੇ ਇਸ ਮਿਲਾਵਟ ਨੂੰ ਰੋਕਾ ਲਾਇਆ ਸੀ।
ਜਦੋਂ ਮੰਗਲਾਂ ਚਰਨਾਂ 'ਚ ਅਦਲਾ ਬਦਲੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਜ ਵੀ ਮਹਾਂਪੁਰ ਸੰਪਰਦਾਵਾਂ, ਟਕਸਾਲਾਂ, ਜਥੇਬੰਦੀਆਂ, ਵਿਦਵਾਨ, ਬੁੱਧੀਜੀਵੀ ਜਿਹੜੇ ਗੁਰੂ ਦਾ ਪਿਆਰ ਰੱਖਦੇ ਆ, ਭਾਉ ਰੱਖਦੇ ਆ, ਡਰ ਰੱਖਦੇ ਆ, ਉਹ ਇਹਦੇ ਵਾਸਤੇ ਵਹੀਰਾਂ ਕੱਢ ਕੇ ਪੁੱਜਣ ਔਰ ਉਹਨਾਂ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇ। ਉਹਨਾਂ ਸਾਜ਼ਿਸ਼ਾਂ ਨੂੰ ਜਿਹੜੇ ਸਾਡੇ ਗੁਰੂ ਬਾਣੀ ਦੇ ਅੰਦਰ ਮਿਲਾਵਟ ਕਰਨਾ ਚਾਹੁੰਦੇ ਆ। ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਪ੍ਰਬੰਧ ਨਾਲ 100 ਗਿਲੇ ਸ਼ਿਕਵੇ ਹੋਣ, ਪ੍ਰਬੰਧਕਾਂ ਨਾਲ 100 ਗਿਲੇ ਸ਼ਿਕਵੇ ਹੋਣ, ਇਹਨਾਂ ਨੂੰ ਪਾਸੇ ਰੱਖ ਕੇ ਹੋਏ ਇਕੱਤਰ ਮਿਲੋ ਮੇਰੇ ਭਾਈ। ਇਹ ਸਤਿਗੁਰ ਦੇ ਸ਼ਬਦਾਂ ਨੂੰ ਕਮਾਉਂਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀਏ ਤੇ ਪੰਥ ਦਾ ਪ੍ਰਵਾਨਿਤ ਫੈਸਲਾ ਹੋਵੇ। ਉਹਨਾਂ ਲੋਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ। ਇਹ ਸੰਗਤਾਂ ਤੱਕ ਸਹੀ ਖਜ਼ਾਨਾ ਗੁਰਬਾਣੀ ਦਾ ਇਸੇ ਤਰ੍ਹਾਂ ਪੁੱਜਦਾ ਰਹੇ, ਮਿਲਾਵਟ ਨਾ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਦਾਸ ਦੀ ਆਵਾਜ਼ ਨੇ, ਗਲੇ ਨੇ ਸਾਥ ਨਹੀਂ ਦਿੱਤਾ। ਮੈਂ ਹੱਥ ਜੋੜ ਕੇ ਗਲ ਵਿੱਚ ਪੱਲੂ ਪਾ ਕੇ ਸੰਗਤਾਂ ਤੋਂ ਖਿਮਾ ਮੰਗਾਂਗਾ ਕਿ ਸੰਗਤਾਂ ਨੇ ਇਹ ਮੇਰੀ ਆਵਾਜ਼ ਵੱਲ ਨਾ ਜਾਣਾ। ਜੋ ਗੁਰੂ ਦਾ ਉਪਦੇਸ਼ ਹੈ, ਜੋ ਗੁਰੂ ਦਾ ਸੁਨੇਹਾ, ਜੋ ਗੁਰੂ ਦਾ ਮੈਸੇਜ ਹੈ, ਉਹਦੇ ਵਿੱਚ ਸਾਰਿਆਂ ਨੇ ਧਿਆਨ ਦੇਣਾ। ਮੇਰੀਆਂ ਭੁੱਲਾਂ ਨੂੰ ਨਾ ਚਿਤਾਰਨਾ। ਗੁਰੂ ਦੇ ਬਚਨ ਜਿਹੜੇ ਗੁਰੂ ਨੇ ਕਰਵਾਏ ਆ, ਉਹਨੂੰ ਆਪਾਂ ਸਾਰਿਆਂ ਹਿਰਦੇ 'ਚ ਵਸਾਉਣਾ। ਆਉਣ ਵਾਲੇ ਸਮੇਂ 'ਚ ਪੰਥ ਪ੍ਰਸਿੱਧ ਵਿਦਵਾਨਾਂ ਤੋਂ ਇਹ ਕਥਾ ਵਿਚਾਰਾਂ ਦਾ ਲਾਭ ਲੈਣਾ। ਬਹੁਤ ਬਹੁਤ ਧੰਨਵਾਦ। ਇਹ ਮਿਲਾਵਟਾਂ ਕਿਵੇਂ ਹੋਈਆਂ, ਕਿਵੇਂ ਸ਼ੁਰੂ, ਇਹ ਪੰਥ ਦੇ ਵਿਦਵਾਨਾਂ ਨੂੰ ਪਤਾ ਹੈ। ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਬੜਾ ਵੱਡਾ ਖਜ਼ਾਨਾ ਉਹਨਾਂ ਦੇ ਕੋਲ। ਰਾਤ ਵਿਚਾਰਾਂ ਹੋ ਰਹੀਆਂ ਸੀ ਕਿ ਕਿੱਥੋਂ ਇਹ ਸ਼ੁਰੂਆਤਾਂ ਹੋਈਆਂ। ਮੈਂ ਸਮਝਦਾ ਅੱਜ ਸਮਾਂ ਆ ਗਿਆ ਕਿ ਉਹਨਾਂ ਲੋਕਾਂ ਨੂੰ ਜਵਾਬ ਦਿੱਤਾ ਜਾਵੇ ਕਿ ਸਾਡੀ ਗੁਰਬਾਣੀ ਦੇ ਅੰਦਰ ਕੋਈ ਮਿਲਾਵਟ ਨਾ ਕਰ ਸਕੇ। ਆਓ ਸਾਰੇ ਝੁਕਾਓ ਸੀਸ ਗੁਰੂ ਨੂੰ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਬਾਲਾ ਪ੍ਰੀਤਮ ਸਤਿਗੁਰ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੁੰਦੇ ਹੋਏ, 10 ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੁੰਦੇ ਹੋਏ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ